ਠੀਕ ਹੈ ਤਾਂ ਅਸੀਂ ਦੇਖਿਆ ਹੈ ਕਿ ਤੁਹਾਡੀ ਊਰਜਾ ਵੀ ਗਲੋਬਲ ਮਿਨੀਮਮ ਤੋਂ ਵੱਧ ਹੋਣੀ ਚਾਹੀਦੀ ਹੈ, ਨਹੀਂ ਤਾਂ ਰਾਈਟ ਸੋਲਿਊਸ਼ਨ ਮੌਜੂਦ ਨਹੀਂ ਹੈ। ਮੈਂ ਤੁਹਾਨੂੰ ਸੰਕੇਤਕ ਪ੍ਰੂਫ ਦੇਣ ਦੀ ਕੋਸ਼ਿਸ਼ ਕਿਵੇਂ ਕੀਤੀ। ਜੇ ਤੁਸੀਂ ਪੀ ਸਕੁਏਅਰ ਦਾ ਐਕਸਪੈਕਟੇਸ਼ਨ ਵੈਲਿਊ ਲੱਭਣ ਦੀ ਕੋਸ਼ਿਸ਼ ਕਰੋ ਤਾਂ ਇਹ ਪੋਜ਼ਿਟਿਵ ਹੋਣਾ ਚਾਹੀਦਾ, ਪਰ ਇਹ ਹੀ ਹੈ। ਜੇਕਰ ਇਹ ਗਲੋਬਲ ਮਿਨੀਮਮ ਵੀ ਤੋਂ ਘੱਟ ਹੈ ਤਾਂ ਕੀ ਹੁੰਦਾ ਹੈ? ਤੁਸੀਂ ਟਾਈਮ ਦੇ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਦੀ ਵਰਤੋਂ ਕਰਦੇ ਹੋਏ ਇਸ ਨੂੰ ਐਕਸਪੈਕਟੇਸ਼ਨ ਵੈਲਿਊ ਦੇ E-V ਦੇ ਅਨੁਪਾਤਕ ਦਿਖਾ ਸਕਦੇ ਹੋ ਅਤੇ ਤੁਸੀਂ ਦਿਖਾ ਸਕਦੇ ਹੋ ਕਿ ਇਹ E ਤੋਂ ਮਾਈਨਸ ਹੋਵੇਗਾ। ਜੇਕਰ I ਲੈਂਦਾ ਹਾਂ ਤਾਂ ਇਹ ਨੈਗੇਟਿਵ ਠੀਕ ਹੈ। ਹਰ ਕੋਈ ਮੇਰੇ ਨਾਲ ਹੈ। ਇਸ ਲਈ ਇਹ ਕੰਡੀਸ਼ਨ ਕੋਈ ਸੋਲਿਊਸ਼ਨ ਨਹੀਂ ਦੇਵੇਗੀ। ਠੀਕ ਹੈ, ਇਸ ਲਈ ਸਾਨੂੰ ਹਮੇਸ਼ਾ E ਨੂੰ ਤੋਂ ਗਲੋਬਲ ਮਿਨੀਮਮ ਵੀ ਤੋਂ ਵੱਧ ਹੋਣ ਦੀ ਲੋੜ ਹੈ। ਲੋਕਲੀ ਤੌਰ ਤੇ ਇਹ ਮਿਨੀਮਮ ਹੋ ਸਕਦਾ ਹੈ, ਪਰ ਇਹ ਗਲੋਬਲ ਮਿਨੀਮਮ ਨਹੀਂ ਹੋਣਾ ਚਾਹੀਦਾ। ਜੋ ਵੀ ਹੋਵੇ, ਇਹ ਤੁਹਾਡੇ ਊਰਜਾ ਵੈਲਿਊ ਗਲੋਬਲ ਤੋਂ ਵੱਧ ਹੋਣੇ ਚਾਹੀਦੇ ਹਨ। ਕੀ ਇਹ ਕਲੀਅਰ ਹੈ? ਉਸ ਦੂਜੀ ਚੀਜ਼ ਬਾਰੇ ਕੀ ਜੋ ਮੈਂ ਕਹੀ ਹੈ? ਕਿਹੜੀ ਇੱਕ ਡੀ ਬਾਉਂਡ ਸਟੇਟਸ ਨਾਨ ਡਿਜਨਰੇਟ ਹਨ। ਤੁਸੀਂ ਇਹ ਕਿਵੇਂ ਪ੍ਰੂਵ ਕਰਦੇ ਕਿ ਤੁਸੀਂ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਲਈ ਟਾਈਮ ਲੈਂਦੇ ਹੋ? ਠੀਕ ਹੈ, ਇਸ ਲਈ ਤੁਸੀਂ ਟਾਈਮ ਲੈ ਸਕਦੇ ਹੋ। ਇੰਡੀਪੈਂਡੈਂਟ ਸ਼੍ਰੋਡਿੰਗਰ ਇਹ ਮੰਨ ਸਕਦਾ ਹੈ ਕਿ x ਵਿੱਚੋਂ ψ1 ਅਤੇ x ਦੇ ψ2 ਸੋਲਿਊਸ਼ਨ ਹਨ। ਠੀਕ ਹੈ, ਮੰਨ ਲਓ ਕੰਟਰਾਡਿਕਸ਼ਨ ਦੁਆਰਾ ਪ੍ਰੂਫ ਕੀਤਾ ਗਿਆ ਹੈ ਤਾਂ ਉਹ ਸੋਲਿਊਸ਼ਨ ਹਨ ਤਾਂ d ਸਕੁਏਅਰ ψ1/dx ਸਕੁਏਅਰ -2m/h ਸਕੁਏਅਰ v -e ψ1 0 ਬਾਉਂਡ ਸਟੇਟ ਹੈ। ਇਸ ਲਈ ਸਾਨੂੰ E ਨੂੰ v ਤੋਂ ਘੱਟ ਲੈਣ ਦੀ ਲੋੜ ਹੈ। ਚਲੋ ਇਸ ਕਾਂਸਟੈਂਟ ਬੈਰੀਅਰ ਪੋਟੈਂਸ਼ੀਅਲਸ ਊਰਜਾ ਨੂੰ ਪੋਟੈਂਸ਼ੀਅਲ ਐਨਰਜੀ ਦੇ ਬੈਰੀਅਰ ਤੋਂ ਘੱਟ ਦੇਖਦੇ ਹਾਂ। ਇਸੇ ਤਰ੍ਹਾਂ ਤੁਸੀਂ ਦੋ ψ ਲਈ ਇੱਕ ਸਿਮਿਲਰ ਇਕੁਏਸ਼ਨ ਲਿਖ ਸਕਦੇ ਹੋ ਜੋ 0 ਦੇ ਇਕੁਅਲ ਹੈ। ਦੋਨਾਂ ਦੀ ਸਹਿਮਤੀ ਹੈ। ਸੋਲਿਊਸ਼ਨ ਉਹੀ ਹੈ ਜੋ ਅਸੀਂ ਮੰਨ ਰਹੇ ਹਾਂ, ਜਿਸ ਦਾ ਮਤਲਬ ਹੈ ਕਿ v ਤੋਂ ਘੱਟ E ਲਈ ਦੋਨਾਂ ਨੂੰ ਟਾਈਮ ਦੇ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਨੂੰ ਸੰਤੁਸ਼ਟ ਕਰਨਾ ਹੋਵੇਗਾ। ਇਸ ਲਈ ਪਹਿਲਾ ਇਕੁਏਸ਼ਨ ਨੂੰ 2 ψ ਨਾਲ ਮਲਟੀਪਲਾਈ ਕਰੋ। ਇਸੇ ਤਰ੍ਹਾਂ ਦੂਜੀ ਇਕੁਏਸ਼ਨ ਨੂੰ 1 ψ ਨਾਲ ਮਲਟੀਪਲਾਈ ਕਰੋ ਅਤੇ ਫਿਰ ਤੁਸੀਂ ਇੱਕ ਨੂੰ ਦੂਜੀ ਤੋਂ ਸਬਟਰੈਕਟ ਕਰਨ ਦੀ ਕੋਸ਼ਿਸ਼ ਕਰੋ। ਕੀ ਹੁੰਦਾ ਹੈ ਜਦੋਂ ਕਿਹੜੀ ਟਰਮ ਦੂਜੀ ਟਰਮ ਨੂੰ ਕੈਂਸਲ ਕਰਕੇ ਤੁਸੀਂ ਸਬਟਰੈਕਟ ਕਰਦੇ ਹੈ? ਤੁਹਾਡੇ ਕੋਲ ਇਸ ਦੇ ਨਾਲ ਕੀ ਬਚੇਗਾ? ਤੁਸੀਂ 2 ψ d ਸਕੁਏਅਰ 1 ψ ਨਾਲ dx ਸਕੁਏਅਰਡ ਨੂੰ 1 ψ d ਸਕੁਏਅਰ 2 ψ ਦੁਆਰਾ dx ਨਾਲ ਲਿਫਟ ਕਰੋਗੇ। ਇਸ ਨੂੰ ਹੋਰ ਸਿੰਪਲੀਫਾਈਡ ਬਣਾਇਆ ਜਾ ਸਕਦਾ ਹੈ, ਜਿਵੇਂ 2 ψ ਦਾ d/dx d 1 ψ/dx -1 ψ d 2 ψ/dx ਦੇ ਇਕੁਅਲ 0। ਇਹ ਸਾਨੂੰ ਕੀ ਦੱਸਦਾ ਹੈ ਕਿ ਮੈਂ ਸਕੁਏਅਰ ਬ੍ਰੈਕਟ ਵਿੱਚ ਕੁਝ ਕਾਂਸਟੈਂਟ ਸੱਜੇ ਰੱਖ ਸਕਦਾ ਹਾਂ। ਤੁਸੀਂ ਇਸ ਨੂੰ ਇੱਕ ਕਾਂਸਟੈਂਟ ψ2 d ψ/1 dx -ψ1 d ψ2/dx ਇੱਕ ਕਾਂਸਟੈਂਟ ਬਣਾ ਸਕਦੇ ਹੋ।
ਠੀਕ ਹੈ, ਇਹ x ਦਾ ਇੱਕ ਫੰਕਸ਼ਨ ਹੈ ਅਤੇ ਇਹ ਸਾਰੇ x ਵਾਸਤੇ ਵੈਲਿਡ ਹੋਣਾ ਚਾਹੀਦਾ ਹੈ। x ਟੈਂਡਿੰਗ ਟੂ ਪਲੱਸ ਜਾਂ ਮਾਈਨਸ ਇਨਫਿਨਿਟੀ। ਅਸੀਂ ਬਾਉਂਡ ਸਟੇਟ ਸੋਲਿਊਸ਼ਨ ਨੂੰ ਦੇਖ ਰਹੇ ਹਾਂ ਜਿੱਥੇ ਇਹ ਤੁਹਾਡੀ ਉਮੀਦ ਅਨੁਸਾਰ ਐਕਸਪੋਨੈਂਸ਼ਲੀ ਡੈਂਪਿੰਗ ਹੋਣੀ ਚਾਹੀਦੀ ਹੈ। ਇਸ ਲਈ ਤੁਸੀਂ x ਨੂੰ ਪਲੱਸ ਜਾਂ ਮਾਈਨਸ ਇਨਫਿਨਿਟੀ ਵੱਲ ਜਾਣਾ ਚਾਹੁੰਦੇ ਹੋ ਜੋ ਵੇਵ ਫੰਕਸ਼ਨ ਆਪਣੇ ਆਪ ਵਿੱਚ ਸਿਫਰ ਹੋਵੇਗਾ, ਜਿਸ ਦਾ ਮਤਲਬ ਹੈ ਕਿ ਇਹ ਕਾਂਸਟੈਂਟ ਹੈ। ਇਹ x2 ਪਲੱਸ ਜਾਂ ਮਾਈਨਸ ਇਨਫਿਨਿਟੀ ਵੱਲ ਜਾਣ ਤੇ ਵੀ ਵੈਲਿਡ ਹੋਣਾ ਚਾਹੀਦਾ ਹੈ। ਇਸ ਲਈ ਬਾਉਂਡ ਸਟੇਟ ਲਈ ਅਸੀਂ ਨਿਸ਼ਚਿਤ ਤੌਰ ਤੇ ਇਸ ਨੂੰ ਸਿਫਰ ਤੇ ਰੱਖ ਸਕਦੇ। ਅਸੀਂ ਇਹ ਸਕੈਟਰਿੰਗ ਸਟੇਟ ਲਈ ਅਜਿਹਾ ਕਰ ਸਕਦੇ ਹਾਂ ਕਿਉਂਕਿ ਇਹ ਬਾਕਸ ਨਾਰਮਲਾਈਜੇਸ਼ਨ ਦੇ ਨਾਲ ਓਸੀਲੇਟਰੀ ਸੋਲਿਊਸ਼ਨ ਹੋਵੇਗਾ। ਜਿਵੇਂ ਕਿ ਮੈਂ ਕਿਹਾ ਸੀ ਕਿ ਜੇਕਰ ਤੁਹਾਡੇ ਕੋਲ ਇੱਕ ਓਸੀਲੇਟਰੀ ਸਟੇਟ ਲਈ E ਤੋਂ IX ਤੱਕ ਇੱਕ ਸੋਲਿਊਸ਼ਨ ਹੈ ਤਾਂ ਇਹ ਓਸੀਲੇਟਰੀ ਸੋਲਿਊਸ਼ਨ ਹੈ। ਅਸੀਂ ਇਹ ਰੂਟ 1 ਪਰ ਕਿ ਇਹ ਬਾਕਸ ਨਾਰਮਲਾਈਜੇਸ਼ਨ ਕਰਦੇ ਹਾਂ ਅਤੇ ਫਿਰ ਅਸੀਂ ਸਾਰੀਆਂ ਐਕਸਪੈਕਟੇਸ਼ਨ ਵੈਲਿਊ ਨੂੰ ਪੂਰਾ ਕਰਨ ਤੋਂ ਬਾਅਦ ਅਸੀਂ L ਨੂੰ ਇਨਫਿਨਿਟੀ ਓਸੀਲੇਟਰੀ ਸੋਲਿਊਸ਼ਨ ਵੱਲ ਟੈਂਡਿੰਗ ਕਰਦੇ ਸਭ ਕੁਝ ਠੀਕ ਹੈ। ਇਸ ਲਈ ਇਹ ਉਹ ਸਾਰੀਆਂ ਸਟੇਟਸ ਨਹੀਂ ਹਨ ਜਿਨ੍ਹਾਂ ਬਾਰੇ ਅਸੀਂ ਬਾਉਂਡ ਸਟੇਟਸ ਲਈ ਵਿਚਾਰ ਕਰ ਰਹੇ ਹਾਂ। ਇਸ ਲਈ ਉਹ ਜਿੱਥੇ ਵੇਵ ਫੰਕਸ਼ਨ ਵੈਨਿਸ਼ਜ ਹੋ ਜਾਂਦਾ ਹੈ ਤਾਂ ਇਹ ਸਕੈਟਰਿੰਗ ਸਟੇਟ ਹਨ। ਇਹ ਉਹ ਨਹੀਂ ਹੈ ਜੋ ਅਸੀਂ ਸਪੈਸਿਫਿਕ ਪ੍ਰੂਫ ਵਿੱਚ ਦੇਖ ਰਹੇ ਹਾਂ। ਅਸੀਂ ਬਾਉਂਡ ਸਟੇਟਸ ਨੂੰ ਦੇਖਣਾ ਚਾਹੁੰਦੇ ਹਾਂ ਜੋ ਪਲੱਸ ਜਾਂ ਮਾਈਨਸ ਇਨਫਿਨਿਟੀ ਤੇ ਵੈਨਿਸ਼ਜ ਹੋ ਜਾਂਦੀਆਂ ਹਨ ਅਤੇ ਅਸੀਂ ਇਹ ਮੰਨ ਰਹੇ ਹਾਂ ਕਿ ਇਹ ਡੀਜਨਰੇਟ ਹੈ ਅਤੇ ਅਸੀਂ ਇਸ ਤਰ੍ਹਾਂ ਇੱਕ ਕੰਡੀਸ਼ਨ ਪ੍ਰਾਪਤ ਕਰ ਰਹੇ ਹਾਂ। ਇਸ ਲਈ ਇਸ ਕੰਡੀਸ਼ਨ ਨੂੰ ਹੋਰ ਸਿੰਪਲੀਫਾਈ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਸਿਫਰ ਹੈ। ਇਹ ਪਹਿਲਾ ਟਰਮ ਦੂਜੇ ਟਰਮ ਦੇ ਇਕੁਅਲ ਹੈ, ਇਸ ਲਈ ਠੀਕ ਹੈ। ਐਕਸੀਲੈਂਟ। ਤਾਂ ਇਹ ਕੀ ਹੈ ਸਾਨੂੰ ਦੱਸੋ। ਹਾਂ, ਜਿਸ ਦਾ ਮਤਲਬ ਹੈ ਕਿ ਤੁਸੀਂ x ਵਿੱਚੋਂ ਸਾਈ 1 ਨੂੰ x ਦੇ ਸਾਈ 2 ਦੇ ਅਨੁਪਾਤਕ ਇਸਕੇ ਦੇ ਇਕੁਅਲ ਸਿਫਰ ਪ੍ਰਾਪਤ ਕਰਦੇ ਹੋ। ਆਪਣੇ ਆਪ ਹੀ ਦਿਖਾਏਗਾ ਕਿ ਦੋ ਵੇਵ ਫੰਕਸ਼ਨ ਇੰਡੀਪੈਂਡੈਂਟ ਨਹੀਂ ਹਨ, ਉਹ ਇੱਕ ਦੂਜੇ ਦੇ ਅਨੁਪਾਤੀ ਹਨ, ਜਿਸ ਦਾ ਮਤਲਬ ਹੈ ਕਿ ਸਾਡਾ ਸ਼ੁਰੂਆਤੀ ਪੁਆਇੰਟ ਕਿ ਡਿਜਨਰੇਟ ਹੈ ਵੈਲਿਡ ਨਹੀਂ ਹੈ। ਡਿਜਨਰੇਟ ਦਾ ਮਤਲਬ ਹੈ ਕਿ ਉਹ ਦੋਵੇਂ ਲੀਨੀਅਰਲੀ ਇੰਡੀਪੈਂਡੈਂਟ ਹੋਣੇ ਚਾਹੀਦੇ ਹਨ। ਪਰ ਅਸੀਂ ਪਤਾ ਕਰਦੇ ਹਾਂ ਕਿ ਯੋਜਨਾਬੱਧ ਢੰਗ ਨਾਲ ਸਬਸਟੀਟਿਊਟਿੰਗ ਹੋ ਕੇ ਉਹ ਡਿਜਨਰੇਟ ਹੁੰਦੇ ਹਨ ਅਤੇ ਇਸ ਤੇ ਸ਼੍ਰੋਡਿੰਗਰ ਇਕੁਏਸ਼ਨ ਲਗਾਉਣਾ ਅਤੇ ਇਹ ਥੋਪਣਾ ਕਿ ਵੇਵ ਫੰਕਸ਼ਨ ਪਲੱਸ ਜਾਂ ਮਾਈਨਸ ਇਨਫਿਨਿਟੀ ਫੋਰਸਸ ਕੇ ਤੇ ਵੈਨਿਸ਼ ਹੋ ਜਾਂਦਾ ਹੈ ਕਿ ਨੂੰ ਬਾਉਂਡ ਸਟੇਟ ਲਈ ਸਿਫਰ ਹੋਣ ਲਈ ਅਤੇ ਇਹ ਕੰਡੀਸ਼ਨ ਆਪਣੇ ਆਪ ਦਿਖਾਏਗੀ ਕਿ x ਵਿੱਚੋਂ ਇੱਕ ਸਾਈ x ਦੇ 2 ਸਾਈ ਅਨੁਪਾਤਕ ਹੈ, ਜਿਸ ਦਾ ਅਰਥ ਹੈ ਕਿ ਨਾਨ ਡਿਜਨਰੇਟ ਬਾਉਂਡ ਸਟੇਟ ਇਹ ਸਿਰਫ ਇੱਕ ਡਾਇਮੈਂਸ਼ਨ ਵਿੱਚ ਲਾਗੂ ਹੈ, ਠੀਕ ਹੈ। ਇਸ ਲਈ ਇੱਕ ਡਾਇਮੈਂਸ਼ਨਲ ਪ੍ਰੋਬਲਮਸ ਨਾਲ ਬਾਉਂਡ ਸਟੇਟਸ ਹਮੇਸ਼ਾ ਨਾਨ ਡਿਜਨਰੇਟ ਹੁੰਦੀਆਂ ਹਨ ਜੋ ਤੁਸੀਂ ਹਾਰਮੋਨਿਕ ਓਸੀਲੇਟਰ ਵਿੱਚ ਦੇਖਿਆ ਹੈ। ਇੱਕ ਡਾਇਮੈਂਸ਼ਨ ਹਾਰਮੋਨਿਕ ਓਸੀਲੇਟਰ ਤੁਸੀਂ ਦੇਖਿਆ ਹੈ ਕਿ ਇੱਕ ਬਕਸੇ ਵਿੱਚ ਇਹ ਡਾਇਮੈਂਸ਼ਨਲ ਪਾਰਟੀਕਲ ਦੇ ਸਾਰੇ ਸੋਲਿਊਸ਼ਨ ਸਾਰੇ ਨਾਨ ਡਿਜਨਰੇਟ ਹਨ। ਇਸ ਪ੍ਰੂਫਸ ਦੇ ਕਾਰਨ ਠੀਕ ਹੈ। ਤਾਂ ਅਗਲੀ ਚੀਜ਼ ਹੈ, ਇੱਕ ਵਾਰ ਮੈਂ ਇਹ ਅਜ਼ੰਪਸ਼ਨ ਲੈਣ ਦੀ ਕੋਸ਼ਿਸ਼ ਕੀਤੀ ਕਿ ਪਾਰਟੀਕਲ ਦੀ ਊਰਜਾ ਗਲੋਬਲ ਮਿਨੀਮਮ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਇੱਕ ਡੀ ਬਾਉਂਡ ਸਟੇਟ ਹਮੇਸ਼ਾ ਨਾਨ ਡਿਜਨਰੇਟ ਹੁੰਦੀ ਹੈ। ਅਸੀਂ ਸਿਮੈਟ੍ਰਿਕ ਪੋਟੈਂਸ਼ੀਅਲ ਨੂੰ ਦੇਖ ਸਕਦੇ ਹਾਂ ਅਤੇ ਇਹ ਸਿੱਧ ਕਰ ਸਕਦੇ ਹਾਂ ਕਿ ਸੋਲਿਊਸ਼ਨ ਜਾਂ ਤਾਂ ਈਵਨ ਸੋਲਿਊਸ਼ਨ ਹੁੰਦੇ ਹਨ ਜਾਂ ਇਹ ਅਗਲੀ ਚੀਜ਼ ਹੈ। ਇਸ ਲਈ ਇੱਕ ਡੀ ਬਾਉਂਡ ਸਟੇਟ ਨਾਨ ਡਿਜਨਰੇਟ ਹੈ ਜੇਕਰ x ਦਾ v ਮਾਈਨਸ x ਵੇਵ ਫੰਕਸ਼ਨ ਦੇ ਸੋਲਿਊਸ਼ਨਸ ਦੇ ਇਕੁਅਲ ਹੋਵੇ ਤਾਂ ਇਹ ਆਡ ਫੰਕਸ਼ਨ ਹੋਣੇ ਚਾਹੀਦੇ ਹਨ। x ਦਾ ਆਡ ਫੰਕਸ਼ਨ ਸਾਈ ਕੀ ਹੈ ਮਾਈਨਸ x ਦੇ ਮਾਈਨਸ ਸਾਈ ਦੇ ਇਕੁਅਲ ਹੈ ਜਾਂ x ਦਾ ਫੰਕਸ਼ਨ ਸਾਈ ਮਾਈਨਸ x ਦੇ ਪਲਸ ਸਾਈ ਦੇ ਇਕੁਅਲ ਹੈ। ਇਹ ਉਹ ਹੈ ਜੋ ਅਸੀਂ ਦੁਬਾਰਾ ਪ੍ਰੂਫ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਇਹ ਕਿਵੇਂ ਪ੍ਰੂਫ ਕਰਦੇ ਹੋ ਕਿ ਸ਼੍ਰੋਡਿੰਗਰ ਇਕੁਏਸ਼ਨ ਲਓ, ਫਿਰ ਸ਼੍ਰੋਡਿੰਗਰ ਇਕੁਏਸ਼ਨ ਹੈਮਿਲਟੋਨੀਅਨ ਲਓ। ਬਹੁਤ ਵਿਸਤਾਰ ਲਈ ਜੋ p ਅਤੇ xp ਆਪਰੇਟਰ ਅਤੇ x ਆਪਰੇਟਰ ਦਾ ਇਹ ਫੰਕਸ਼ਨ ਕਿਹੜਾ ਹੈ। ਅਸੀਂ ਪਤਾ ਕੀਤਾ ਕਿ ਮਾਈਨਸ x ਦੇ ਨਾਲ p ਦੇ h ਦੇ ਬਰਾਬਰ ਹੈ ਕਿਉਂਕਿ x ਦਾ v ਮਾਈਨਸ ਕੀਤੇ x ਦੇ v ਦੇ ਬਰਾਬਰ ਹੈ। ਅਸੀਂ ਪੋਟੈਂਸ਼ੀਅਲ ਦੀ ਇਸ ਕਲਾਸ ਨੂੰ ਦੇਖ ਰਹੇ ਹਾਂ। ਇੱਕ ਉਦਾਹਰਨ ਹਾਰਮੋਨਿਕ ਓਸੀਲੇਟਰ
ਹੈ। ਦੂਜੀ ਉਦਾਹਰਨ ਇੱਕ ਸਿਮੈਟ੍ਰਿਕ ਬਾਕਸ ਹੈ, ਜਿਸ ਦਾ ਮੈਂ ਪਿਛਲੇ ਲੈਕਚਰ ਵਿੱਚ ਸੰਕੇਤ ਕੀਤਾ ਸੀ, ਅਤੇ ਤੀਜੀ ਉਦਾਹਰਨ ਤੁਹਾਡੀ ਡਬਲ ਡੈਲਟਾ ਪੋਟੈਂਸ਼ੀਅਲ ਹੈ, ਜੋ ਅਸੀਂ ਅੱਜ ਦੇ ਬਾਕੀ ਅੱਧੇ ਲੈਕਚਰ ਨੂੰ ਹੱਲ ਕਰਨ ਦੇ ਯੋਗ ਹਾਂ। ਇਸ ਲਈ ਇਹ 3 ਉਦਾਹਰਨਾਂ ਹਨ। ਜਦੋਂ ਤੁਸੀਂ ਕਿਸੇ ਪ੍ਰੂਫ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਕੁਝ ਉਦਾਹਰਨਾਂ ਨੂੰ ਯਾਦ ਕਰਦੇ ਹੋ, ਅਤੇ ਇਹ ਠੀਕ ਹੈ ਤਾਂ ਤੁਸੀਂ ਇਹਨਾਂ ਵਿੱਚੋਂ ਕੁਝ ਕਥਨਾਂ ਨੂੰ ਕਦੇ ਨਹੀਂ ਭੁੱਲੋਗੇ। ਤੁਸੀਂ ਇੱਕ ਉਦਾਹਰਣ ਦੇ ਨਾਲ ਸਬੰਧ ਬਣਾਉਣ ਦੇ ਯੋਗ ਹੋਵੋਗੇ ਅਤੇ ਤੁਸੀਂ ਇਸ ਨੂੰ ਠੀਕ ਤਰ੍ਹਾਂ ਯਾਦ ਰੱਖੋਗੇ ਤਾਂ ਜੋ ਮੈਂ ਤੁਹਾਨੂੰ ਉਹ 3 ਸਧਾਰਨ ਉਦਾਹਰਨਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਲਈ ਜੋ ਤੁਸੀਂ ਇਹਨਾਂ ਗੱਲਾਂ ਨੂੰ ਸਾਫ਼-ਸਾਫ਼ ਯਾਦ ਰੱਖੋ। ਇਸ ਲਈ ਅਸੀਂ ਆਮ ਤੌਰ ਤੇ ਕੀ ਕਰਦੇ ਹਾਂ ਜਦੋਂ ਅਸੀਂ ਹੈਮਿਲਟੋਨੀਅਨ ਲਿਖਦੇ ਹਾਂ? ਐਕਸ ਸੱਜੇ ਹੈਮਿਲਟੋਨੀਅਨ ਦੇ ਸਾਈ ਤੇ ਆਪਰੇਟਿੰਗ ਜਨਰਲ ਤੇ ਆਪਰੇਟਰ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਦਾ ਇੱਕ ਡਿਫਰੈਂਸ਼ੀਅਲ ਹੋਵੇਗਾ। ਐਕਸ ਦੀ ਕੁਝ ਊਰਜਾ ਆਈਜਨ ਵੈਲੂਏਸੀ ਟਾਈਮਸ ਸਾਈ ਹੈ। ਇਸ ਲਈ ਮੈਂ ਮਾਈਨਸ ਐਕਸ ਦੇ ਸਾਈ ਤੇ ਪੀ ਮਾਈਨਸ ਐਕਸ ਦਾ ਐਚ ਵੀ ਲਿਖ ਸਕਦੀ ਹਾਂ। ਬਸ ਐਕਸ ਨੂੰ ਮਾਈਨਸ ਐਕਸ ਵਿੱਚ ਬਦਲ ਰਿਹਾ ਹਾਂ, ਹੋਰ ਕੁਝ ਨਹੀਂ, ਠੀਕ ਹੈ। ਇਸ ਲਈ ਸਹਿਮਤੀ ਹੈ, ਕਿਉਂਕਿ ਜੇਕਰ ਤੁਸੀਂ ਐਕਸਪਲਿਸਿਟ ਆਪਰੇਟਰ ਲਿਖਦੇ ਹੋ, ਇਹ ਪੋਜੀਸ਼ਨ ਰਿਪਰੈਜ਼ੈਂਟੇਸ਼ਨ ਵਿੱਚ ਹੋਵੇਗੀ। ਅਸੀਂ ਦੇਖਦੇ ਹਾਂ ਕਿ ਪੋਟੈਂਸ਼ੀਅਲ ਕੋਲ ਇਹ ਪ੍ਰਾਪਰਟੀ ਹੈ। ਇਸ ਲਈ ਅਸੀਂ ਇਸ ਨੂੰ ਇਸ ਢੰਗ ਨਾਲ ਲਿਖ ਸਕਦੇ ਹਾਂ। ਜਦੋਂ ਊਰਜਾ ਆਈਗਨ ਵੈਲਿਊ ਇੰਡੀਪੈਂਡੈਂਟ ਹੁੰਦੀ ਹੈ, ਇਹ ਇਸ ਗੱਲ ਦੀ ਪਰਵਾਹ ਕਰਦਾ ਹੈ ਕਿ ਤੁਸੀਂ ਕਿਹੜੀ ਪੋਜੀਸ਼ਨ ਦੇਖ ਰਹੇ ਹੋ ਤਾਂ ਇਹ ਕੀ ਹੈ। ਇਹ ਇਕੁਏਸ਼ਨ ਕੁਝ ਵੀ ਨਹੀਂ ਹੈ। ਇਸ ਪ੍ਰਾਪਰਟੀ ਦੇ ਕਾਰਨ ਇਹ ਕੁਝ ਨਹੀਂ ਹੈ ਪਰ ਉਹੀ ਹੈਮਿਲਟੋਨੀਅਨ ਆਪਰੇਟਰ ਤੇ ਮਾਈਨਸ ਐਕਸ ਦੇ ਸਾਈ ਤੇ ਮਾਈਨਸ ਐਕਸ ਦੇ ਸਾਈ ਦੇ ਈ ਦੇ ਇਕੁਅਲ ਹੈ। ਠੀਕ ਹੈ, ਤੁਸੀਂ ਸਾਰੇ ਸਹਿਮਤ ਹੋ ਤਾਂ ਇਸ ਪ੍ਰਾਪਰਟੀ ਦੀ ਵਰਤੋਂ ਕਰਕੇ ਇਸ ਇਕੁਏਸ਼ਨ ਨੂੰ ਮੈਂ ਇਸ ਤਰ੍ਹਾਂ ਲਿਖਣ ਦੀ ਕੋਸ਼ਿਸ਼ ਕਰ ਸਕਦਾ ਹਾਂ ਤਾਂ ਇਹ ਤੁਹਾਨੂੰ ਕੀ ਦੱਸਦਾ ਹੈ? ਐਕਸ ਦਾ ਸਾਈ ਮਾਈਨਸ ਐਕਸ ਦਾ ਸਾਈ ਸੋਲਿਊਸ਼ਨ ਵੀ ਹੈ, ਠੀਕ ਹੈ। ਐਕਸ ਦਾ ਸਾਈ ਅਤੇ ਮਾਈਨਸ ਐਕਸ ਦਾ ਸਾਈ ਸ਼੍ਰੋਡਿੰਗਰ ਇਕੁਏਸ਼ਨ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਦਾ ਸੋਲਿਊਸ਼ਨ ਹੈ। ਪਰ ਇਹ ਉਹ ਸਭ ਹਨ ਜੋ ਅਸੀਂ ਬਾਉਂਡ ਸਟੇਟ ਪ੍ਰੋਬਲਮਸ ਨੂੰ ਦੇਖ ਰਹੇ ਹਾਂ, ਜਿਸ ਦਾ ਮਤਲਬ ਹੈ ਐਕਸ ਦਾ ਸਾਈ ਅਤੇ ਐਕਸ ਦਾ ਸਾਈ ਮਾਈਨਸ ਲੀਨੀਅਰਲੀ ਇੰਡੀਪੈਂਡੈਂਟ ਨਹੀਂ ਹੋ ਸਕਦਾ। ਇਸ ਲਈ ਉਹਨਾਂ ਦੇ ਸੋਲਿਊਸ਼ਨ ਦਾ ਸਾਈ ਪਰ ਇੱਕ ਡੀ ਬਾਉਂਡ ਸਟੇਟ ਸਾਨੂੰ ਦੱਸਦੀ ਹੈ ਕਿ ਇੱਕ ਡੀ ਨਾਨ ਡਿਜਨਰੇਟ ਬਾਉਂਡ ਸਟੇਟਸ ਦੱਸਦੀਆਂ ਹਨ ਕਿ ਐਕਸ ਦਾ ਸਾਈ ਮਾਈਨਸ ਐਕਸ ਦਾ ਕੁਝ ਐਪਸਾਈਲੋਨ ਟਾਈਮ ਬਰਾਬਰ ਹੋਣਾ ਚਾਹੀਦਾ ਹੈ। ਉਹ ਇੰਡੀਪੈਂਡੈਂਟ ਨਹੀਂ ਹੋ ਸਕਦੇ। ਐਕਸ ਇਹ ਡਮੀ ਵੇਰੀਏਬਲ ਹੈ। ਤੁਸੀਂ ਐਕਸ ਨੂੰ ਮਾਈਨਸ ਐਕਸ ਕਹਿ ਸਕਦੇ ਹੋ ਜੇਕਰ ਤੁਸੀਂ ਅਜਿਹਾ ਕਰਦੇ ਹੋ। ਮਾਈਨਸ ਐਕਸ ਦਾ ਸਾਈ ਪਲਸ ਐਕਸ ਦਾ ਐਪਸਾਈਲੋਨ ਟਾਈਮਸ ਸਾਈ ਹੈ ਤਾਂ ਮੈਂ ਐਕਸ ਦੇ ਸਾਈ ਦੇ ਬਜਾਏ 2 ਵਾਰ ਸਬਸਟੀਟਿਊਟ ਐਕਸ ਲੈ ਸਕਦੇ। ਤੁਸੀਂ ਉਪਰੋਕਤ ਇਕੁਏਸ਼ਨ ਸਬਸਟੀਟਿਊਟ ਕਰ ਸਕਦੇ ਹੋ। ਇਹ ਮਾਈਨਸ ਐਕਸ ਦਾ ਐਪਸੀਲਨ ਸਕੁਏਅਰ ਸਾਈ ਬਣ ਜਾਂਦਾ ਹੈ। ਇਸ ਲਈ ਐਪਸੀਲਨ ਸਕੁਏਅਰ 1 ਹੋਣਾ ਚਾਹੀਦਾ ਹੈ। ਇਸ ਲਈ ਇਸ ਦਾ ਅਰਥ ਹੈ ਕਿ ਐਪਸੀਲਨ ਪਲਸ ਜਾਂ ਮਾਈਨਸ 1 ਹੋਣਾ ਚਾਹੀਦਾ ਹੈ। ਇਸ ਲਈ ਐਪਸੀਲਨ ਪਲਸ ਜਾਂ ਮਾਈਨਸ 1 ਹੈ। ਪਲਸ 1 ਐਕਸ ਦੇ ਈਵਨ ਸਾਈ ਦਾ ਕੋਰਸਪੋਂਡੈਂਸ ਹੈ ਅਤੇ ਮਾਈਨਸ 1 ਆਡ ਦੇ ਕੋਰਸਪੋਂਡੈਂਸ ਹੈ। ਇਸ ਲਈ ਮੈਂ ਕੁਝ ਨਹੀਂ ਕੀਤਾ ਸੀ, ਮੈਂ ਸਿਰਫ ਇਹ ਮੰਨ ਰਿਹਾ ਹਾਂ ਕਿ ਉਹ ਸਿਮੈਟ੍ਰਿਕ ਪੋਟੈਂਸ਼ੀਅਲ ਲਈ ਬਾਉਂਡ ਸਟੇਟ ਸੋਲਿਊਸ਼ਨ ਨੂੰ ਦੇਖ ਰਹੇ ਹਨ। ਜਦੋਂ ਤੁਸੀਂ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਪਤਾ ਕਰਦੇ ਹੋ ਜਿਸ ਵਿੱਚ ਤੁਸੀਂ ਦੋਵੇਂ ਅਨੁਮਤੀ ਵਾਲੇ ਸੋਲਿਊਸ਼ਨ ਪਤਾ ਕਰਦੇ ਹੋ, ਐਕਸ ਦਾ ਸਾਈ ਇੱਕ ਅਨੁਮਤੀ ਵਾਲਾ ਸੋਲਿਊਸ਼ਨ ਹੈ, ਮਾਈਨਸ ਐਕਸ ਦਾ ਸਾਈ ਇੱਕ ਅਨੁਮਤੀ ਵਾਲਾ ਸੋਲਿਊਸ਼ਨ ਹੈ, ਪਰ ਇੱਕ ਡੀ ਬਾਉਂਡ ਸਟੇਟਸ ਨੂੰ ਨਾਨ ਡਿਜਨਰੇਟ ਹੋਣਾ ਚਾਹੀਦਾ, ਜਿਸ ਦਾ ਮਤਲਬ ਹੈ ਕਿ ਇਹ ਅਨੁਪਾਤਕ ਹੋਣਾ ਚਾਹੀਦਾ ਹੈ ਅਤੇ ਫਿਰ ਅਨੁਪਾਤਕਤਾ ਕਾਂਸਟੈਂਟ ਐਪਸੀਲਨ ਸਕੁਏਅਰਡ ਨੂੰ ਕੰਸਟਰੇਂਟ ਨੂੰ ਪੂਰਾ ਕਰਨਾ ਪੈਂਦਾ ਹੈ ਜੋ ਕਿ 1 ਹੈ। ਇਸ ਲਈ ਸਿਰਫ ਸੰਭਵ ਸੋਲਿਊਸ਼ਨ ਆਡ ਸੋਲਿਊਸ਼ਨ ਅਤੇ ਈਵਨ ਸੋਲਿਊਸ਼ਨ ਹਨ। ਇਸ ਲਈ ਜਦੋਂ ਅਸੀਂ ਟਾਈਮ ਨੂੰ ਹੱਲ ਕਰਨ ਦਾ ਇਹ ਵਿਸਤ੍ਰਿਤ ਅਭਿਆਸ ਕੀਤਾ, ਇੰਡੀਪੈਂਡੈਂਟ ਹਾਰਮੋਨਿਕ ਓਸੀਲੇਟਰ ਨੇ ਇਹਨਾਂ ਪ੍ਰੂਫਸ ਦੀ ਵਰਤੋਂ ਨਹੀਂ ਕੀਤੀ, ਪਰ ਜੋ ਸੋਲਿਊਸ਼ਨ ਅਸੀਂ ਪਤਾ ਕੀਤਾ ਉਹ ਜਾਂ ਤਾਂ ਆਡ ਫੰਕਸ਼ਨ ਜਾਂ ਈਵਨ ਫੰਕਸ਼ਨ ਸੀ, ਠੀਕ ਹੈ। ਅਤੇ ਜਦੋਂ ਤੁਸੀਂ ਇਸ ਨੂੰ ਸਿਮੈਟ੍ਰਿਕ ਰੱਖਦੇ ਹੋ ਤਾਂ ਇੱਕ ਬਾਕਸ ਵਿੱਚ ਪਾਰਟੀਕਲ ਵੀ ਸੀ। ਤੁਹਾਡਾ ਪਹਿਲਾ ਗਰਾਊਂਡ ਸਟੇਟ ਦਾ ਸੋਲਿਊਸ਼ਨ ਇਹ ਕੋਸ ਪਹਿਲਾਂ ਹੈ, ਠੀਕ ਹੈ। ਇੱਕ ਸਿਮੈਟ੍ਰਿਕ ਲਈ ਤੁਹਾਨੂੰ ਯਾਦ ਹੈ ਕਿ ਤੁਸੀਂ ਇੱਕ ਮਾਈਨਸ L ਮਲਟੀਪਲਾਈ 2 ਤੋਂ ਪਲਸ L ਬਾਏ 2
ਇਨਫਿਨਿਟੀ ਪੋਟੈਂਸ਼ੀਅਲ ਗਰਾਊਂਡ ਸਟੇਟ ਲਈ ਹੈ। cos πx/L ਦੇ ਅਨੁਪਾਤੀ ਇੱਕੋ ਜਿਹੇ ਸੀ। ਪਹਿਲੀ ਉਤਸ਼ਾਹਿਤ ਸਟੇਟ L/sin 2πx ਦੇ ਅਨੁਪਾਤੀ ਹੈ। ਇਹ ਉਹ ਹੈ ਜੋ ਤੁਸੀਂ ਏਸਿਮੈਟ੍ਰਿਕ ਬਾਕਸ ਵਿੱਚ ਇੱਕ ਪਾਰਟੀਕਲ ਵਿੱਚ ਦੇਖੋਗੇ ਅਤੇ ਇਹ ਵੀ ਕਿਹਾ ਹੈ ਕਿ ਗਰਾਊਂਡ ਸਟੇਟ ਹਮੇਸ਼ਾ ਸਿਮੈਟ੍ਰਿਕ ਹੋਵੇਗੀ। ਅਸੀਂ ਹੁਣ ਕੀ ਕਰਾਂਗੇ ਇਹ ਹੈ, ਅਸੀਂ ਡਬਲ ਡੈਲਟਾ ਫੰਕਸ਼ਨ ਪੋਟੈਂਸ਼ੀਅਲ ਲਵਾਂਗੇ ਕਿ ਤੁਹਾਡੇ ਵਿੱਚੋਂ ਕਿੰਨੇ ਨੇ ਪਹਿਲਾਂ ਕੋਸ਼ਿਸ਼ ਕੀਤੀ ਹੈ। ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਡਬਲ ਡੈਲਟਾ ਲਈ ਸੋਲਿਊਸ਼ਨ ਦੀ ਕੋਸ਼ਿਸ਼ ਕੀਤੀ, ਠੀਕ ਹੈ, ਇਸ ਲਈ ਹੁਣ ਇਸ ਤੇ ਜਾਵਾਂਗੇ ਤਾਂ ਜੋ ਤੁਸੀਂ ਯਾਦ ਕਰ ਸਕੋ ਕਿ ਜੇ ਇੱਥੇ ਮੇਰੀ ਟਾਈਪਿੰਗ ਵਿੱਚ ਕੋਈ ਗਲਤੀ ਹੈ ਤਾਂ ਤੁਹਾਨੂੰ ਇਸ ਨੂੰ ਪੁਆਇੰਟ ਕਰਨਾ ਚਾਹੀਦਾ ਅਤੇ ਅਸਲ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਉਂਕਿ ਡਬਲ ਡੈਲਟਾ ਲਈ ਤੁਹਾਡੇ ਕੋਲ ਸਿਮੈਟ੍ਰਿਕ ਕੰਡੀਸ਼ਨ ਹੈ। ਇਹਨਾਂ ਪ੍ਰੂਫਸ ਦੀ ਵਰਤੋਂ ਕਰਕੇ ਇਹ ਸੋਲਿਊਸ਼ਨ ਮੰਨਿਆ ਜਾ ਸਕਦਾ ਹੈ ਕਿ ਤੁਹਾਡੇ ਕੋਲ ਆਡ ਸੋਲਿਊਸ਼ਨ ਜਾਂ ਇੱਕ ਈਵਨ ਸੋਲਿਊਸ਼ਨ ਹੋਵੇਗਾ ਅਤੇ ਤੁਸੀਂ ਪਾਓਗੇ ਕਿ ਈਵਨ ਸੋਲਿਊਸ਼ਨ ਊਰਜਾ ਦੇ ਰੂਪ ਵਿੱਚ ਆਡ ਸੋਲਿਊਸ਼ਨ ਦੀ ਤੁਲਨਾ ਵਿੱਚ ਘੱਟ ਹੈ। ਠੀਕ ਹੈ, ਇਸ ਲਈ ਇਸ ਤੇ ਜਾਏਗਾ ਅਤੇ ਗ੍ਰਾਫਿਕ ਤੌਰ ਤੇ ਅਤੇ ਹਾਂ, ਇਸ ਲਈ ਤੁਸੀਂ ਇਸ ਨੂੰ ਲੈ ਸਕਦੇ ਹੋ, ਪਰ ਫਿਰ ਜਦੋਂ ਤੁਸੀਂ x ਨੂੰ -x ਐਪਸੀਲਨ ਸਕੁਏਅਰ ਤੱਕ ਲੈਂਦੇ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ, ਤੁਸੀਂ IPI ਸਿਰਫ -1 ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ e ਤੋਂ I 2πi ਹੈ ਜਿਸ ਨੂੰ 1 ਤੇ ਸੈੱਟ ਕਰਨਾ ਹੋਵੇਗਾ, ਇਸ ਲਈ ਇਹ ਫਸਿਆ ਹੋਇਆ ਹੈ। ਤੁਸੀਂ ਜੋ ਵੀ ਕਰਦੇ ਹੋ, ਕੁਦਰਤ ਜਾਣਦੀ ਹੈ। ਜਦੋਂ ਤੁਸੀਂ ਸ਼੍ਰੋਡਿੰਗਰ ਇਕੁਏਸ਼ਨ ਕਰਦੇ ਹੋ ਤਾਂ ਇਹ ਹਰਮਾਈਟ ਪੋਲੀਨੋਮੀਅਲਸ ਨੂੰ ਚੁਣਦਾ ਹੈ ਜੋ ਕਿ ਆਡ ਫੰਕਸ਼ਨ ਜਾਂ ਈਵਨ ਫੰਕਸ਼ਨ ਹੁੰਦੇ ਹਨ। ਇਹ ਸੁੰਦਰ ਹੋਵੇਗਾ ਸਿਰਫ ਰਿਗਰਸ ਮੈਥਮੈਟਿਕਸ। ਦੂਜਾ ਇਸ ਕਿਸਮ ਦੇ ਸਧਾਰਨ ਪ੍ਰੂਫਸ ਦੁਆਰਾ ਹੈ ਜੋ ਤੁਸੀਂ ਦਿਖਾ ਸਕਦੇ ਹੋ ਕਿ ਤੁਹਾਡੀ ਸਿਮੈਟ੍ਰਿਕ ਪੋਟੈਂਸ਼ੀਅਲ ਨੂੰ ਸਿਰਫ ਇੱਕ ਡਾਇਮੈਂਸ਼ਨਸ ਵਿੱਚ ਆਡ ਸੋਲਿਊਸ਼ਨਸ ਜਾਂ ਈਵਨ ਸੋਲਿਊਸ਼ਨਸ ਦੀ ਅਨੁਮਤੀ ਦੇਣੀ ਚਾਹੀਦੀ ਹੈ। ਨਹੀਂ ਤਾਂ ਉਹ ਕੀ ਕਹਿ ਰਿਹਾ ਸੀ, ਮੈਨੂੰ ਉਹ ਸ਼ੀਟ ਦੁਬਾਰਾ ਲਗਾਉਣ ਦਿਓ, ਮੈਨੂੰ ਨਹੀਂ ਪਤਾ ਇਹ ਗਲਤ ਸ਼ਬਦ ਜੋੜ ਹੈ ਜਾਂ ਨਹੀਂ, ਮੈਨੂੰ ਦੇਖਣ ਦਿਓ। ਉਮੀਦ ਹੈ ਕਿ ਇਹ ਉਹੀ ਹੋਵੇਗਾ ਜੋ ਉਹ ਕਹਿ ਰਿਹਾ ਸੀ ਕਿ ਇਸ ਐਪਸੀਲਨ ਦੀ ਬਜਾਏ ਜੋ ਪਲਸ ਜਾਂ ਮਾਈਨਸ ਹੋਣਾ ਹੈ, ਇਹ ਇੱਕ ਕੰਪਲੈਕਸ ਫੇਜ਼ ਫੈਕਟਰ ਕਿਉਂ ਨਹੀਂ ਹੋ ਸਕਦਾ। ਪਰ ਜੋ ਮੈਂ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਇਹ ਹੈ ਕਿ ਤੁਹਾਨੂੰ ਇੱਕ ਹੋਣ ਲਈ ਆਪਣੇ ਐਪਸੀਲਨ ਸਕੁਏਅਰਡ ਦੀ ਜ਼ਰੂਰਤ ਹੈ। ਜੇਕਰ ਤੁਸੀਂ ਇੱਕ ਕੰਪਲੈਕਸ ਫੇਜ਼ ਫੈਕਟਰ ਲੈਂਦੇ ਹੋ ਜੋ 2 ਪ੍ਰਤੀ ਤੋਂ I phi ਹੈ ਅਤੇ ਇਹ ਇੱਕ ਅਰਬਿਟਰੇਰੀ phi ਲਈ ਨਹੀਂ ਹੈ ਜਦੋਂ ਤੱਕ ਕਿ phi ਨੂੰ ਪਾਈ ਫੇਜ਼ ਫੈਕਟਰ ਵਜੋਂ ਨਹੀਂ ਲਿਆ ਜਾਂਦਾ ਹੈ। ਜੇਕਰ ਤੁਸੀਂ phi ਨੂੰ ਪਾਈ ਲਈ ਲੈਂਦੇ ਹੋ ਤਾਂ ਇਹ ਸਿਰਫ ਪਲਸ ਜਾਂ -1 ਹੁੰਦਾ ਹੈ। ਠੀਕ ਹੈ, ਇਸ ਲਈ ਵਾਰਮ ਅਪ ਹੋਣ ਦੇ ਨਾਲ ਡਬਲ ਡੈਲਟਾ ਫੰਕਸ਼ਨ ਪੋਟੈਂਸ਼ੀਅਲ ਨੂੰ ਪ੍ਰਾਪਤ ਕਰਨ ਦਿਓ। ਮੈਂ ਬਹੁਤ ਸਾਰੀਆਂ ਕੰਪਲਿਕੇਟਡ ਇਕੁਏਸ਼ਨਸ ਲਗਾਉਣ ਦੀ ਬਜਾਏ ਇਸ ਨੂੰ ਸਪਸ਼ਟ ਕਰਨ ਲਈ ਮੈਂ ਸੋਚਿਆ ਮੈਨੂੰ ਇਸ ਨੂੰ ਪੁਆਇੰਟ ਜਾਂ PDF ਫਾਈਲ ਤੇ ਰੱਖਣ ਦਿਓ। ਇਸ ਲਈ ਹੁਣੇ ਇਸ ਤੇ ਨਜ਼ਰ ਮਾਰੋ ਅਤੇ ਫਿਰ ਕੀ ਇਹ ਸਭ ਕੁਝ ਅਤੇ ਫੌਂਟਸ ਕਲੀਅਰ ਹਨ। ਇਸ ਲਈ ਮੈਂ ਇਸ ਨੂੰ ਜਿੰਨਾ ਸੰਭਵ ਹੋ ਸਕੇ ਲਿਮਿਟ ਤੱਕ ਖਿੱਚਣ ਦੀ ਕੋਸ਼ਿਸ਼ ਕੀਤੀ। ਡਰਾਇੰਗ ਵਿੱਚ ਬਹੁਤ ਵਧੀਆ ਨਹੀਂ ਹਾਂ, ਪਰ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਡਬਲ ਡੈਲਟਾ ਫੰਕਸ਼ਨ ਪੋਟੈਂਸ਼ੀਅਲ ਹੈ ਜਿਸ ਲਈ ਗ੍ਰਾਫਿਕ ਤੌਰ ਤੇ ਹੁਣੇ ਹੀ ਇਹ ਤੋਂ B+1 ਤੱਕ ਲਿਆ ਗਿਆ ਹੈ। ਇਸ ਲਈ ਤੁਹਾਡੇ ਕੋਲ +1 ਦੇ ਇਕੁਅਲ ਡੈਲਟਾ ਫੰਕਸ਼ਨ ਪੋਟੈਂਸ਼ੀਅਲ ਹੈ ਅਤੇ ਇਹ -1 ਦੇ ਇਕੁਅਲ ਹੈ, ਪਰ ਤੁਸੀਂ ਇਸ ਨੂੰ ਅਰਬਿਟਰੇਰੀ ਵਜੋਂ ਰੱਖ ਸਕਦੇ ਹੋ। ਮੈਂ ਮੈਥਮੈਟੀਕਲ ਵਿੱਚ ਪਲੋਟ ਕਰਨ ਦੀ ਕੋਸ਼ਿਸ਼ ਕੀਤੀ। ਬਦਕਿਸਮਤੀ ਨਾਲ ਇੱਕ ਪਾਸੇ ਮੈਂ ਪਲੋਟ ਕੀਤਾ, ਦੂਜੇ ਪਾਸੇ ਇਹ ਪਲੋਟ ਨਹੀਂ ਕਰਦਾ। ਮੈਂ ਕੁਝ ਟਾਈਮ ਲਈ ਸੰਘਰਸ਼ ਕਰ ਰਿਹਾ ਸੀ, ਪਰ ਫਿਰ ਮੈਂ ਇਸ ਟੁਕੜੇ ਨੂੰ ਹੱਥੀਂ ਬਣਾਇਆ ਹੈ, ਪਰ ਮੇਰੇ ਕੋਲ ਬਹੁਤ ਵਧੀਆ ਨਹੀਂ ਬਣਿਆ ਹੈ। ਠੀਕ, ਪਰ ਤੁਸੀਂ ਪੁਆਇੰਟ ਪ੍ਰਾਪਤ ਕਰਦੇ ਹੋ। ਇਸ ਲਈ ਮੈਂ ਤੁਹਾਨੂੰ ਇਹ ਗ੍ਰਾਫਿਕਲ ਪੋਟੈਂਸ਼ੀਅਲ ਦੇਣ ਦੀ ਕੋਸ਼ਿਸ਼ ਕਰਦਾ ਹਾਂ ਜੇਕਰ ਇਹ ਪੋਟੈਂਸ਼ੀਅਲ ਵਰਸਸ x ਹੈ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਿਮੈਟਰੀ ਹੈ। ਇਹ ਚਿੱਤਰ ਵਿੱਚ ਬਹੁਤ ਸਪਸ਼ਟ ਨਹੀਂ ਹੈ, ਪਰ ਘੱਟੋ-ਘੱਟ ਇਸ ਐਕਸਪ੍ਰੈਸ਼ਨ ਤੋਂ ਤੁਸੀਂ ਇਹ ਦੇਖ ਸਕਦੇ ਹੋ। ਜੇ ਤੁਸੀਂ x ਨੂੰ -x ਤੱਕ ਲੈਂਦੇ ਹੋ ਤਾਂ ਇਹ ਅਟਰੈਕਟਿਵ ਪੋਟੈਂਸ਼ੀਅਲ ਹੈ। ਇਹ ਟਰਮ ਇਸ ਟਰਮ ਵਿੱਚ ਜਾਂਦੀ ਹੈ ਅਤੇ ਇਹ ਟਰਮ ਇਸ ਟਰਮ ਵਿੱਚ ਜਾਂਦੀ ਹੈ। ਇਹ ਕਲੀਅਰ ਹੈ। ਇਸ ਤਰ੍ਹਾਂ ਇਹ ਬਾਉਂਡ ਸਟੇਟ ਦੀ ਸਹਿਮਤੀ ਦਿੰਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਦੇਖਣਾ ਪਵੇਗਾ ਕਿ ਗਲੋਬਲ ਮਿਨੀਮਮ ਕੀ ਹੈ। ਗਲੋਬਲ ਮਿਨੀਮਮ ਨੈਗੇਟਿਵ ਇਨਫਿਨਿਟੀ ਹੈ, ਇਸ ਲਈ ਤੁਹਾਡੀ ਊਰਜਾ ਪਲਸ ਜਾਂ ਮਾਈਨਸ ਇਨਫਿਨਿਟੀ ਤੇ ਲੋਕਲ ਮਿਨੀਮਮ ਤੋਂ ਮਾਈਨਸ ਹੋ ਸਕਦੀ ਹੈ। ਇਸ ਲਈ ਤੁਹਾਡੇ ਕੋਲ E ਨੈਗੇਟਿਵ ਹੋ ਸਕਦਾ ਹੈ ਅਤੇ ਤੁਸੀਂ ਬਾਉਂਡ ਸਟੇਟਸ ਪ੍ਰਾਪਤ ਕਰਦੇ ਹੋ। ਠੀਕ ਹੈ, ਇਸ ਲਈ ਬਾਉਂਡ ਸਟੇਟ ਕੰਡੀਸ਼ਨ ਨੂੰ ਯਾਦ ਕਰੋ ਅਤੇ ਤੁਸੀਂ ਗਲੋਬਲ ਮਿਨੀਮਮ ਤੋਂ ਵੱਧ ਹੋਣੇ ਚਾਹੀਦੇ ਹੋ। ਇਹ ਵੀ ਨੋਟ ਕਰੋ ਕਿ ਪੋਟੈਂਸ਼ੀਅਲ ਏਸਿਮੈਟ੍ਰਿਕ ਪੋਟੈਂਸ਼ੀਅਲ ਹੈ। ਇਸ ਲਈ ਮੈਂ ਤੁਹਾਡੇ ਲਈ ਪਹਿਲਾਂ ਹੀ ਪ੍ਰੂਫ ਕਰ ਚੁੱਕਾ ਹਾਂ ਕਿ ਸਿਮੈਟ੍ਰਿਕ ਪੋਟੈਂਸ਼ੀਅਲ ਲਈ ਇੱਕ ਡੀ ਬਾਉਂਡ ਸਟੇਟਸ ਹਨ। ਹੁਣ ਅਸੀਂ ਬਾਉਂਡ ਸਟੇਟ
ਨੂੰ ਦੇਖ ਰਹੇ ਹਾਂ ਵੇਵ ਫੰਕਸ਼ਨ ਨਾਨ ਡਿਜਨਰੇਟ ਹੋਣਾ ਚਾਹੀਦਾ ਹੈ ਅਤੇ ਇਹ ਜਾਂ ਤਾਂ ਆਡ ਫੰਕਸ਼ਨ ਜਾਂ ਈਵਨ ਫੰਕਸ਼ਨ ਹੋਣਾ ਚਾਹੀਦਾ ਹੈ। ਅਸੀਂ ਇਸ ਪ੍ਰਾਪਰਟੀ ਦੀ ਵਰਤੋਂ ਕਰਨ ਜਾ ਰਹੇ ਹਾਂ ਜਦੋਂ ਅਸੀਂ ਸੋਲਿਊਸ਼ਨ ਲਿਖਦੇ ਹਾਂ। ਹੁਣ ਅਸੀਂ ਬਲਾਈਂਡਲੀ ਸੋਲਿਊਸ਼ਨ ਨਹੀਂ ਲਿਖਣ ਜਾ ਰਹੇ ਹਾਂ। ਹੁਣ ਅਸੀਂ ਇਸ ਨੂੰ ਵਾਪਸ ਸ਼ਾਮਲ ਕਰਨ ਜਾ ਰਹੇ ਹਾਂ, ਠੀਕ ਹੈ। ਇਸ ਲਈ ਬਾਉਂਡ ਸਟੇਟ ਕੰਡੀਸ਼ਨ ਊਰਜਾ ਸਿਫਰ ਤੋਂ ਘੱਟ ਹੋਣੀ ਚਾਹੀਦੀ ਹੈ, ਕਿਉਂਕਿ ਪਲਸ ਜਾਂ ਮਾਈਨਸ ਇਨਫਿਨਿਟੀ ਤੇ ਊਰਜਾ ਪੋਟੈਂਸ਼ੀਅਲ ਸਿਫਰ ਹੈ। ਇਸ ਲਈ ਤੁਹਾਡੇ ਕੋਲ ਇੱਕ ਈਵਨ ਸੋਲਿਊਸ਼ਨ ਹੋ ਸਕਦਾ ਹੈ। ਤੁਸੀਂ ਇਸ ਨੂੰ ਇਹ ਰੀਜਨ 1, ਰੀਜਨ 2 ਅਤੇ ਰੀਜਨ 3 ਅਤੇ ਰੀਜਨ 2 ਵਿੱਚ ਵੰਡ ਸਕਦੇ ਹੋ। ਤੁਹਾਡੇ ਕੋਲ ਇਹ ਕੋਸ ਹਾਈਪਰਬੋਲਿਕ ਹੋ ਸਕਦਾ ਹੈ। ਐਲਫਾ ਐਕਸ ਲਈ ਈ ਅਤੇ ਅਲਫਾ ਐਕਸ ਲਈ ਈ ਲਈ ਇੱਕ ਲੀਨੀਅਰ ਕੰਬੀਨੇਸ਼ਨ ਨਹੀਂ, ਕਿਉਂਕਿ ਇਹ ਇੱਕ ਸਿਮੈਟ੍ਰਿਕ ਈਵਨ ਫੰਕਸ਼ਨ ਹੋਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਰੀਜਨ 1 ਅਤੇ ਰੀਜਨ 3 ਮੋਡ ਐਕਸ ਲਈ ਇਹ ਤੋਂ ਵੱਡਾ ਹੈ। ਤੁਹਾਡੇ ਕੋਲ ਇਹ ਸਿਮੈਟ੍ਰਿਕ ਫੰਕਸ਼ਨ ਹੋਵੇਗਾ, ਉਹੀ ਵੀ ਰੀਜਨ 1 ਅਤੇ ਰੀਜਨ 2 ਵਿੱਚ ਦਿਖਾਈ ਦੇਵੇਗਾ। ਇਸ ਲਈ ਤੁਹਾਨੂੰ ਮਾਈਨਸ ਅਲਫਾ ਐਕਸ ਅਤੇ ਮਾਈਨਸ ਅਲਫਾ ਐਕਸ ਦੇ ਸੀਈ ਵਿੱਚ ਇਹ ਬੀ ਲਗਾਉਣ ਦੀ ਜ਼ਰੂਰਤ ਹੈ। ਇਹ ਸਭ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਤੁਸੀਂ ਇਹੀ ਕੀਤਾ ਹੈ। ਹੁਣ ਤੁਸੀਂ ਇਸ ਨੂੰ ਸਿੰਪਲੀਫਾਈ ਕਰ ਸਕਦੇ ਹੋ ਅਤੇ ਕਹਿ ਸਕਦੇ ਹੋ ਕਿ ਸਿਮੈਟ੍ਰਿਕ ਪੋਟੈਂਸ਼ੀਅਲ ਇਸ ਅਲਫਾ ਨੂੰ ਆਉਣ ਦੇਵੇਗਾ। ਬੇਸ਼ੱਕ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਨੈਗੇਟਿਵ ਹੋਵੇਗਾ, ਇਸ ਲਈ ਅਲਫਾ ਪੋਜ਼ਿਟਿਵ ਹੈ ਅਤੇ ਇਹ ਅਲਫਾ ਦੀ ਪਰਿਭਾਸ਼ਾ ਹੈ। ਅਗਲੀ ਚੀਜ਼ ਕੀ ਹੈ? ਵੇਵ ਫੰਕਸ਼ਨ ਐਕਸ ਤੇ ਕੰਟੀਨਿਊਅਸ ਹੋਣਾ ਚਾਹੀਦਾ ਹੈ, ਜੋ ਪਲਸ ਜਾਂ ਮਾਈਨਸ ਏ ਦੇ ਇਕੁਅਲ ਹੈ। ਉਹ ਦੋ ਬਾਉਂਡਰੀ ਵਾਲੇ ਰੀਜਨਸ ਹਨ। ਤੁਸੀਂ ਹੁਣ ਬਹੁਤ ਆਸਾਨੀ ਨਾਲ ਕੰਡੀਸ਼ਨ ਲਗਾ ਸਕਦੇ ਹੋ। ਅਸੀਂ ਇਸ ਨੂੰ ਪਲਸ ਏ ਜਾਂ ਮਾਈਨਸ ਏ ਤੇ ਕਰ ਸਕਦੇ ਹਾਂ। ਮੈਂ ਰੀਜਨਸ ਵਿੱਚੋਂ ਇੱਕ ਲਿਆ ਹੈ, ਪਰ ਤੁਹਾਡੇ ਕੋਲ ਇਹ ਡੈਲਟਾ ਫੰਕਸ਼ਨ ਪੋਟੈਂਸ਼ੀਅਲ ਹੈ, ਇਸ ਲਈ ਇਹ ਨਿਸ਼ਚਿਤ ਡੈਰੀਵੇਟਿਵ ਡਿਸਕੰਟੀਨਿਊਟੀ ਹੈ ਜੋ ਅਸੀਂ ਇਸ ਨੂੰ ਦੇਖਿਆ ਹੈ। ਇਸ ਲਈ ਨਿਸ਼ਚਿਤ ਡੈਰੀਵੇਟਿਵ ਡਿਸਕੰਟੀਨਿਊਟੀ ਸਬਸਟੀਟਿਊਟ ਕਰੇ ਅਤੇ ਤੁਹਾਨੂੰ ਇੱਕ ਇਕੁਏਸ਼ਨ ਮਿਲੇਗਾ ਜਿੱਥੇ ਇਹ ਪਲਸ ਜਾਂ ਮਾਈਨਸ ਏ ਤੇ ਡੈਰੀਵੇਟਿਵ ਪਲਸ ਐਪਸਾਈਲੋਨ ਹੈ, ਅਤੇ ਇਸੇ ਤਰ੍ਹਾਂ ਡੈਰੀਵੇਟਿਵ ਜੋ ਮਾਈਨਸ ਐਪਸੀਲਨ ਸ਼ਿਫਟ ਤੇ ਪਲਸ ਜਾਂ ਮਾਈਨਸ ਏ ਬਾਉਂਡਰੀ ਹੈ। ਕੀ ਇਹ ਠੀਕ ਹੈ? ਤੁਸੀਂ ਇਸ ਨੂੰ ਇਸ ਵਿੱਚ ਸਿੰਪਲੀਫਾਈ ਕਰ ਸਕਦੇ ਹੋ। ਈਵਨ ਸੋਲਿਊਸ਼ਨ ਹੈ ਜੋ ਦਿੱਤਾ ਜਾ ਚੁੱਕਾ ਹੈ, ਇਸ ਲਈ ਤੁਸੀਂ ਡੈਰੀਵੇਟਿਵ ਡਿਸਕੰਟੀਨਿਊਟੀ ਅਤੇ ਇਕੁਏਸ਼ਨ ਤੋਂ ਇਹ ਕੰਡੀਸ਼ਨ ਦੇ ਨਾਲ ਹੋ। ਸਾਡਾ ਉਦੇਸ਼ ਕੀ ਹੈ? ਸਾਡਾ ਉਦੇਸ਼ ਬਾਉਂਡ ਸਟੇਟ ਲਈ ਊਰਜਾ ਨੂੰ ਨਿਰਧਾਰਿਤ ਕਰਨਾ ਹੈ, ਜਾਂ ਅਲਫਾ ਉਸ ਊਰਜਾ ਦਾ ਫੰਕਸ਼ਨ ਹੈ, ਅਲਫਾ ਪੋਜ਼ਿਟਿਵ ਹੈ ਅਤੇ ਊਰਜਾ ਨੈਗੇਟਿਵ ਹੈ। ਇਸ ਲਈ ਅਗਲਾ ਐਕਸ ਤੁਸੀਂ 1/2 ਨਾਲ ਡਿਵਾਈਡ ਕਰਦੇ ਹੋ ਤਾਂ ਤੁਹਾਨੂੰ ਸਿੰਪਲੀਫਾਈਡ ਫਾਰਮ ਮਿਲਦਾ ਹੈ, ਜਿਸ ਤੋਂ ਅਲਫਾ ਨੂੰ ਡਿਟਰਮਾਈਨ ਕਰਨਾ ਆਸਾਨ ਹੈ। ਤੁਸੀਂ ਆਪਣੀ ਅਸਾਈਨਮੈਂਟ ਸ਼ੀਟ ਵਿੱਚ ਕੁਝ ਸਮਾਨ ਪ੍ਰੋਬਲਮਸ ਕੀਤੀਆਂ ਹਨ, ਜਿੱਥੇ ਤੁਹਾਨੂੰ ਅਸਲ ਵਿੱਚ ਇਸ ਐਕਸਪ੍ਰੈਸ਼ਨ ਤੋਂ ਅਲਫਾ ਲਈ ਸਪਸ਼ਟ ਵਿਸ਼ਲੇਸ਼ਣ ਹੱਲ ਨਹੀਂ ਮਿਲਦਾ ਹੈ, ਪਰ ਤੁਸੀਂ ਡੈਲਟਾ ਫੰਕਸ਼ਨ ਦੀ ਚੌੜਾਈ ਦੀ ਪੋਜੀਸ਼ਨ ਦੇ ਮੁਕਾਬਲੇ ਅਲਫਾ ਲੈਣ ਦਾ ਰੁਝਾਨ ਪ੍ਰਾਪਤ ਕਰਨਾ ਸ਼ੁਰੂ ਕਰ ਸਕਦੇ ਹੋ, ਚਾਹੇ ਇਹ ਛੋਟਾ ਹੋਵੇ ਚਾਹੇ ਵੱਡਾ ਹੋਵੇ, ਅਤੇ ਅਸੀਂ ਕਿਸੇ ਕਿਸਮ ਦਾ ਰੁਝਾਨ ਪ੍ਰਾਪਤ ਕਰ ਸਕਦੇ ਹਾਂ ਅਤੇ ਫਿਰ ਅਸੀਂ ਉਹਨਾਂ ਨੂੰ ਇੱਕ ਗ੍ਰਾਫ ਵਿੱਚ ਪਲੋਟ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹਾਂ ਅਤੇ ਦੇਖ ਸਕਦੇ ਹਾਂ ਕਿ ਕੀ ਕੋਈ ਸੋਲਿਊਸ਼ਨ ਹੈ, ਅਤੇ ਜਿੱਥੇ ਵੀ ਕੋਈ ਇੱਕ ਸੋਲਿਊਸ਼ਨ ਹੈ, ਤੁਸੀਂ ਇਹ ਚੁਣ ਸਕਦੇ ਹੋ ਕਿ ਊਰਜਾ ਕੀ ਹੈ।